ਆਦ ਕੀਆਂ ਕਥਾ ਕਹਾਣੀਆਂ ਵਾਹਿਗੁਰੂ ਜੀ। ਭਾਦੋਏ ਭਰਮ ਭੁਲਾਣੀਆਂ, ਦੂਜੈ ਲੱਗਾ ਹੇਤ। ਲੱਖ ਸ਼ਿੰਗਾਰ ਬਣਾਇਆ, ਕਾਰਜ ਨਾਹੀ ਕੇਤ। ਕਾਬਲੇ ਅਦਬ ਪਰਮ ਸਨਮਾਨਯੋਗ ਛਤਰ ਚਬਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨ ਬਖਸ਼ਿਸ਼ ਸਦਕਾ ਅੱਜ ਆਪਾਂ ਭਾਦਰੋਂ ਦਾ ਮਹੀਨਾ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਇਸ ਮਹੀਨੇ ਨੂੰ ਲੈ ਕੇ ਸਤਿਗੁਰਾਂ ਉਪਦੇਸ਼ ਦਿੱਤਾ ਹੈ, ਉਹਦੀ ਸਾਂਝ ਆਪਾਂ ਕਰਨੀ ਹੈ। ਕਰੋ ਕਿਰਪਾ, ਬਖਸ਼ੋ ਅਸੀਸ। ਵਿਚਾਰਾਂ ਦੀ ਪ੍ਰਾਰੰਭਤਾ ਕਰਨ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਦਰੋਂ ਦਾ ਮਹੀਨਾ ਇਹ ਜੋ ਸਾਡਾ ਦੇਸੀ ਸਾਲ ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਜੋ 12 ਮਾਹ ਦੀ ਬਾਣੀ ਉਹਦੇ ਵਿੱਚ ਆਈ ਹੋਈ ਤਰਤੀਬ ਦੇ ਅਨੁਸਾਰ ਇਹ 6ਵਾਂ ਮਹੀਨਾ ਹੈ। ਔਰ ਮਾਝ ਰਾਗ ਦੇ ਵਿੱਚ ਜੋ 5ਵੇਂ ਪਾਤਸ਼ਾਹ ਨੇ 12 ਮਾਹ ਦੀ ਬਾਣੀ ਉਚਾਰਨ ਕੀਤੀ, ਉੱਥੇ ਇਸ ਨੂੰ 7ਵੇਂ ਪਦੇ ਵਿੱਚ ਦਰਜ ਕੀਤਾ। ਮਹਾਰਾਜ ਇਸ ਭਾਦਰੋਂ ਦੇ ਮਹੀਨੇ ਦੀ ਆਰੰਭਤਾ ਕਰਦੇ ਆ। ਭਾਦੋਏ ਭਰਮ ਭੁਲਾਣੀਆਂ, ਦੂਜੈ ਲੱਗਾ ਹੇਤ। ਕਹਿੰਦੇ ਭਾਦਰੋਂ ਦੇ ਮਹੀਨੇ ਵਿੱਚ ਮਹਾਰਾਜ ਨੇ ਭਾਦਰੋਂ ਨਹੀਂ ਲਿਖਿਆ, ਭਾ ਦੋਏ, ਦੋਏ ਭਾ। ਤੇ ਦੋਏ ਭਾ ਦੇ ਵਿੱਚ ਹਮੇਸ਼ਾ ਜਿਹੜਾ ਉਹ ਦੁੱਖ ਹੁੰਦਾ। ਮਹਾਰਾਜ ਨੇ ਬਚਨ ਵੀ ਵਰਤੇ ਆ, ਦੋਏ ਭਾਏ ਵਿਗੁੱਚੀ ਹੈ, ਗੱਲ ਪਈ ਸੋ ਜਮ ਕੀ ਫਾਸ। ਕਹਿੰਦੇ ਜਦੋਂ ਵੀ ਮਨੁੱਖ ਇੱਕ ਨੂੰ ਛੱਡ ਕੇ ਦੁਬਿਧਾ ਵਿੱਚ ਪੈਦਾ ਹੁੰਦੀ ਉਹਦੇ ਅੰਦਰ, ਉਸੇ ਨੂੰ ਭਰਮ ਕਹਿੰਦੇ। ਮਹਾਰਾਜ ਕਹਿੰਦੇ ਭਾਦੋਏ ਭਰਮ ਭੁਲਾਣੀਆਂ। ਭਾਦੋਂ ਦੇ ਮਹੀਨੇ ਵਿੱਚ ਜੀਵ ਰੂਪ ਇਸਤਰੀ ਭਰਮ ਵਿੱਚ ਪੈ ਕੇ ਭੁੱਲੀ ਰਹਿੰਦੀ ਆ। ਤੋ ਇੱਕ ਉਸ ਸਾਈਂ ਨੂੰ, ਉਸ ਮਾਲਕ ਨੂੰ ਛੱਡ ਕੇ ਕਿਸੇ ਦੂਸਰੇ ਦੇ ਆਸਰੇ ਜੀਵਨ ਹੋ ਗਿਆ, ਇੱਕ ਪਰਮੇਸ਼ਰ ਨੂੰ, ਇੱਕ ਅਕਾਲ ਪੁਰਖ ਨੂੰ ਛੱਡ ਕੇ। ਤੇ ਮਹਾਰਾਜ ਕਹਿੰਦੇ ਜਦੋਂ ਵੀ ਇੱਕ ਤੋਂ ਛੁੱਟੇ, ਇੱਕ ਦੀ ਥਾਂ ਤੇ ਦੋ, ਦੋ ਦੀ ਥਾਂ ਤੇ ਚਾਰ ਹੋਇਆ, ਤਾਂ ਉੱਥੋਂ ਹੀ ਦੁੱਖਾਂ ਦੀ ਸ਼ੁਰੂਆਤ ਹੈ। ਬਾਬੇ ਕਬੀਰ ਨੇ ਇੱਕ ਬਚਨ ਵਰਤਿਆ, ਉਹ ਕਹਿੰਦੇ ਆ ਕਿ ਕਬੀਰ ਸੂਖ ਨਾ ਇਹ ਜੁਗ, ਕਰੇ ਜੋ ਬਹੁਤੈ ਮੀਤ। ਜੋ ਚਿੱਤ ਰਾਖੈ ਏਕ ਸਿਉ ਤੇ ਸੁਖ ਪਾਵੇਂ ਨੀਤ। ਜਿਹੜੇ ਇੱਕ ਦੇ ਵਿੱਚ ਆਪਣਾ ਚਿੱਤ ਰੱਖਦੇ ਆ, ਇੱਕ ਦੇ ਨਾਲ ਜੁੜਦੇ ਆ, ਉਹਨਾਂ ਨੂੰ ਸदैव ਦਾ ਸੁੱਖ ਹੁੰਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬਚਨ ਲਿਖਿਆ, ਕਹਿੰਦੇ ਬਹੁਤੀ ਘਰੀ ਪਰਾਉਣਾ ਜਿਉ ਰਹਿੰਦਾ ਭੁੱਖਾ। ਸਾਂਝਾ ਬੱਬ ਨਾ ਪੂਜੀਐ ਉਹ ਚਿੰਤ ਨਾ ਚੁੱਖਾ। ਬਹੁਤੀ ਡੂਮੀ ਢੱਡ ਜਿਉ। ਕਹਿੰਦੇ ਵੀ ਜਿਵੇਂ ਬਹੁਤੇ ਘਰਾਂ ਦਾ ਪ੍ਰਾਹੁਣਾ, ਆਪਾਂ ਆਮ ਪੰਜਾਬੀ 'ਚ ਕਹਾਵਤ ਵੀ ਵਰਤਦੇ, ਅਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਉਹਨੂੰ ਲਿਖਿਆ ਵੀ ਇੱਕ ਘਰ ਦਾ ਪ੍ਰਾਹੁਣਾ ਹੋਵੇ ਤੇ ਉਹਨਾਂ ਨੂੰ ਫਿਕਰ ਹੁੰਦਾ ਵੀ ਭਾਈ ਇਹ ਬੰਦੇ ਨੇ ਰੋਟੀ ਸਾਡੇ ਘਰ ਖਾਣੀ ਆ, ਇਹਨੇ ਇੱਥੇ ਹੀ ਪੈਣਾ ਹੈ, ਆ ਕੁਝ ਕਰਨਾ, ਤੇ ਉਹ ਪ੍ਰਬੰਧ ਕਰਦੇ ਆ। ਪਰ ਜਦੋਂ ਬਹੁਤੇ ਘਰਾਂ ਦਾ ਹੋਵੇ, ਉਹ ਆਖੇ ਜੀ ਚਲੋ ਮੈਂ ਉੱਧਰ, ਉਹਨਾਂ ਨੇ ਵੀ ਵਰਜਿਆ, ਇਹਨਾਂ ਨੇ ਉਹਾਂ ਦੇ ਚਲੋ ਉੱਧਰੋਂ ਖਾ ਲੈਗਾ, ਉਹਾਂ ਦੇ ਉੱਧਰੋਂ ਖਾ ਲੈਗਾ, ਅਤੇ ਉਹ ਕਈ ਵਾਰੀ ਦੋਵਾਂ ਪਾਸਿਓਂ ਰਹਿ ਜਾਂਦਾ। ਇਸੇ ਤਰ੍ਹਾਂ ਇੱਕ ਮਾਲਕ ਨੂੰ, ਇੱਕ ਸਾਹਿਬ ਨੂੰ ਛੱਡ ਕੇ ਜਦੋਂ ਬੰਦਾ ਦੋਏ ਭਾਅ ਵਿੱਚ ਜਾਂਦਾ, ਦੁਬਿਧਾ ਵਿੱਚ ਜਾਂਦਾ, ਭਰਮ ਵਿੱਚ ਜਾਂਦਾ, ਉੱਥੇ ਜਾ ਕੇ ਕਹਿੰਦੇ ਫਿਰ ਉਹ ਬੜਾ ਵੱਡਾ ਦੁੱਖ ਸਹੇੜਦਾ। ਇਸੇ ਲਈ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਸਮੇਂ ਦੀ ਹੋਈ ਹੀ ਇੱਕ ਘਟਨਾ ਹੈ। ਕੋਈ ਸੱਜਣ ਜਿਹੜਾ ਆ, ਉਹਨਾਂ ਗੁਰੂ ਕੇ ਸਿੱਖਾਂ ਕੋਲੇ ਸਰਹੰਦ ਦੀ ਧਰਤੀ, ਕੋਈ ਮੁਗਲ ਪਠਾਨ ਆਪਣੀਆਂ ਨਾ ਕੁਝ ਮੋਹਰਾਂ ਅਮਾਨਤ ਉਹਨਾਂ ਦੇ ਕੋਲ ਰੱਖ ਗਿਆ।
ਤੇ ਉਹ ਕਾਹਲੀ ਕਾਹਲੀ 'ਚ ਰਜਿਸਟਰ ਵਿੱਚ ਜਿਵੇਂ ਉਹ ਚੜ੍ਹਾ ਲੈਂਦੇ ਸਨ, ਲਿਖਤ ਪੜ੍ਹਤ ਵੀ ਨਾ ਕੀਤੀ, ਆਂਦਾ ਰੱਖ ਕੇ ਆ ਮੈਂ ਇੱਥੇ ਉੱਪਰ ਕਹਿੰਦੇ ਅਕਸਰ ਲੋਕ ਜਿਹੜਾ ਉਹ ਕੋਠਿਆਂ ਦੀਆਂ ਛੱਤਾਂ ਵਿੱਚ ਚੀਜ਼ਾਂ ਬਾਲਿਆਂ ਵਿੱਚ ਜਾਂ ਉਹਨਾਂ ਉੱਤੇ ਕੋਈ ਸਰਕੜਾ ਦਾ ਪਈ ਉਹਦੇ ਵਿੱਚ ਅਕਸਰ ਲਕੋ ਲੈਂਦੇ ਸਨ। ਉੱਥੇ ਉਹਨੇ ਉਹ ਚੀਜ਼ ਰੱਖ ਦਿੱਤੀ, ਆਪ ਹੀ ਰੱਖ ਗਿਆ ਤੇ ਰੱਖ ਕੇ ਕਹਿੰਦਾ ਜੀ ਇੱਥੇ ਪਈ ਆ, ਸੰਭਾਲ ਲਿਓ ਤੁਸੀਂ, ਮੈਂ ਵਾਪਸ ਮੁੜਦਾ ਲੈ ਲਵਾਂਗਾ, ਹੁਣ ਮੈਂ ਬੜੀ ਛੇਤੀ 'ਚ ਕਿਸੇ ਮੁਹਿੰਮ ਤੇ ਉਹਨੇ ਜਾਣਾ ਸੀ। ਉਹ ਵੀ ਹੁਣ ਕੰਮੇ ਲੱਗੇ ਸਨ ਗੁਰੂ ਕੇ ਪਿਆਰੇ, ਤੇ ਉਹਨਾਂ ਲਿਖਤ ਪੜ੍ਹਤ ਨਾ ਕੀਤੀ। ਉਹ ਕਈ ਮਹੀਨਿਆਂ ਤੋਂ ਬਾਅਦ ਆਇਆ ਤੇ ਆ ਕੇ ਕਹਿੰਦਾ ਵੀ ਇਸ ਤਰ੍ਹਾਂ ਮੇਰਾ ਕੁਝ ਸਮਾਨ ਸੀ, ਅਮਾਨਤ ਸੀ, ਮੋਹਰਾਂ ਸਨਾ ਕੁਝ ਸੀ, ਤੇ ਉਹ ਤੁਹਾਡੇ ਕੋਲ ਨੇ, ਦੇ ਦਿਓ। ਕਿੰਨਾ ਕੁ ਚਿਰ ਪੁਰਾਣੀ ਗੱਲ? ਉਹ ਕਹਿੰਦਾ ਜੀ ਵਾਹਵਾ ਹੀ ਟਾਈਮ ਹੋ ਗਿਆ। ਕਹਿੰਦੇ ਰਜਿਸਟਰ ਫੋਲੋ। ਉਹ ਰਜਿਸਟਰ ਵਹੀ ਖਾਤਾ ਜਦੋਂ ਫੋਲਿਆ ਉਹਦੇ ਵਿੱਚ ਕਿਤੇ ਵੀ ਕੋਈ ਐਂਟਰੀ ਨਹੀਂ ਸੀ ਪਈ ਹੋਈ, ਕਿਤੇ ਵੀ ਉਹਦਾ ਨਾਮ ਨਹੀਂ ਸੀ ਲਿਖਿਆ, ਨਾ ਸਮਾਨ ਦਾ। ਉਹ ਹੁਣ ਮੁਗਲੀਆ ਸਲਤਨਤ ਦਾ ਹੀ ਟਾਈਮ ਸੀ। ਉਹਨੇ ਇਸ ਗੱਲ ਦੀ ਸ਼ਿਕਾਇਤ ਕਰ ਦਿੱਤੀ ਹਾਕਮ ਕੋਲੇ, ਬਈ ਮੇਰਾ ਸਮਾਨ ਜਿਹੜਾ ਜੀ ਉਹ ਵਾਪਸ ਨਹੀਂ ਕਰ ਰਿਹਾ, ਮੈਂ ਇਹਨਾਂ ਕੋਲੇ ਰੱਖ ਕੇ ਗਿਆ ਸੋ। ਕਹਿੰਦੇ ਜੀ ਸਾਡੇ ਕਿਸੇ ਖਾਤੇ ਚੜ੍ਹਿਆ ਨਹੀਂ ਹੋਇਆ, ਹੈ ਹੀ ਨਹੀਂ। ਗੱਲ ਕਰਦਿਆਂ ਕਰਾਉਂਦਿਆਂ ਨਿਆਂ ਇੱਥੇ ਪਹੁੰਚ ਗਿਆ। ਉਹ ਕਹਿੰਦੇ ਅਸੀਂ ਸੱਚੇ, ਉਹ ਕਹਿੰਦੇ ਅਸੀਂ ਸੱਚੇ ਹਾਂ। ਉਹ ਕਹਿੰਦੇ ਵੀ ਸਹੁੰ ਦੇ ਉੱਤੇ ਬਾਤ ਆ ਗਈ। ਔਰ ਅਕਸਰ ਲੋਕ ਇੰਨੇ ਕਰਮੀ ਧਰਮੀ, ਇਹੋ ਜਿਹੇ ਕਰਮ ਵਾਲੇ, ਉਹ ਕਹਿੰਦੇ ਵੀ ਤੇਲ ਜਿਹੜਾ ਨਾ ਉਬਲਦਾ ਹੋਇਆ ਉਹਦੇ ਵਿੱਚ ਹੱਥ ਪਾਓ, ਜਿਹਦਾ ਬਚ ਗਿਆ ਮਤਲਬ ਸੱਚਾ ਹੈ, ਆਪਣੇ ਇਸ਼ਟ ਨੂੰ ਧਿਆ ਕੇ ਜਿਹਦਾ ਸੜ ਗਿਆ ਮਤਲਬ ਝੂਠਾ ਹੈ। ਉਹ ਜਦੋਂ ਹੁਣ ਇੱਥੋਂ ਤੱਕ ਦੀ ਸਹੁੰ ਨੇਮ ਦੀ ਬਾਤ ਆਈ ਤੇ ਉਸ ਗੁਰੂ ਕੇ ਪਿਆਰੇ ਨੇ ਗੁਰੂ ਦਾਤੇ ਦੇ ਚਰਨਾਂ ਦਾ ਧਿਆਨ ਧਰ ਕੇ ਕਿ ਮਹਾਰਾਜ ਤੂੰ ਜਾਣਦਾ ਸਭ ਕੁਝ, ਵੀ ਮੈਂ ਤਾਂ ਕੋਈ ਬੇਈਮਾਨਾ ਕੀਤਾ ਨਹੀਂ। ਉਹਨਾਂ ਨੇ ਉਹਦੇ ਵਿੱਚ ਬਾਂਹ ਪਾਈ ਤੇ ਉਹਨਾਂ ਦਾ ਹੱਥ ਉਸੇ ਤਰ੍ਹਾਂ ਸਾਬਤ ਹੀ ਬਾਹਰ ਨਿਕਲਿਆ, ਕੋਈ ਉਹਦੇ ਤੇ ਸਾੜਾ ਨਾ ਪਿਆ। ਹੁਣ ਮੁਗਲ ਦੀ ਵਾਰੀ ਆਈ, ਜਿਹਦਾ ਸਮਾਨ ਪਿਆ ਸੀ ਉੱਥੇ। ਉਹਨੇ ਜਦੋਂ ਆਪਣਾ ਰਾਧਨ ਕੀਤਾ, ਅੱਖਾਂ ਮੀਟ ਕੇ ਕਈ ਕੁਝ, ਜਦੋਂ ਫਿਰ ਉਹਨੇ ਹੱਥ ਪਾਇਆ ਤੇ ਉਹਦਾ ਪਾਉਂਦਿਆਂ ਸਾਰ ਉਹਨੂੰ ਬੜਾ ਗਰਮ ਲੱਗਾ, ਸੜੇ, ਤੇ ਉਹਨੇ ਨਾਲ ਦੀ ਨਾਲ ਬਾਹਰ ਕੱਢ ਲਿਆ। ਹੁਣ ਉੱਥੇ ਉਹ ਝੂਠਾ ਪੈ ਗਿਆ, ਬਈ ਇਹਦਾ ਹੱਥ ਸੜਿਆ ਦਾ ਮਤਲਬ ਇਹ ਝੂਠਾ ਬੰਦਾ। ਉਹ ਬੜਾ ਕੁਰਲਾਇਆ ਵਿਚਾਰਾ, ਵੀ ਮੇਰਾ ਹੀ ਸਮਾਨ ਉੱਥੇ ਪਿਆ ਹੈ ਤੇ ਮੈਂ ਹੀ ਝੂਠਾ ਇੱਥੇ ਬਣ ਗਿਆ, ਇਹਨਾਂ ਦੇ ਕੋਲ ਦਿੱਤਾ ਤੇ ਫਿਰ ਸੱਚੇ ਬਣ ਗਏ। ਕਹਾਣੀ ਕੀ ਹੈ ਵਿਚਲੀ? ਉਹ ਕੁਝ ਦਿਨ ਲੰਘੇ, ਉਹ ਕਿਤੇ ਅਚਾਨਕ ਛੱਤ ਦੇ ਵਿੱਚ ਨਾ ਉਹ ਦੇਖ ਰਹੇ ਸਨ, ਕੋ ਦੱਬ ਦੇ ਤੀਲੇ ਥੱਲੇ ਨੂੰ ਉਹਨੂੰ ਠੀਕ ਕਰਨ ਲੱਗੇ ਤੇ ਉਹ ਹੱਥ ਲੱਗਾ ਤੇ ਉਹ ਮੋਹਰਾਂ ਉੱਥੇ ਪਈਆਂ ਹੋਈਆਂ ਸਨ, ਫੂਕਣੀ ਦੇ ਵਿੱਚ ਜਿਵੇਂ ਪਾਈਆਂ ਹੋਈਆਂ ਪਾਈਪ ਟਾਈਪ, ਤੇ ਉਹਦੇ ਵਿੱਚ ਇਸ ਤਰ੍ਹਾਂ ਪਈਆਂ ਹੋਈਆਂ। ਉਹ ਹੁਣ ਜਦੋਂ ਮਿਲੀਆਂ ਸਿੱਖ ਨੂੰ, ਉਹਨੂੰ ਬੜਾ ਪਛਤਾਵੇ ਵੀ ਵਿਚਾਰਾ ਉਹ ਤਾਂ ਐਵੇਂ ਹੀ ਮਾਰਿਆ ਗਿਆ। ਪਰ ਉਹਨਾਂ ਉਹਦੇ ਤੱਕ ਪਹੁੰਚ ਕੀਤੀ ਵੀ ਲੈ ਭਾਈ, ਆ ਤੇਰੀ ਅਮਾਨਤ ਇਸ ਤਰ੍ਹਾਂ ਪਈ ਸੀ, ਜਿਵੇਂ ਤੂੰ ਰਾਗਿਆ ਸੀ ਉੱਥੇ ਪਈ, ਅਸੀਂ ਨਾ ਉਹਨੂੰ ਹੱਥ ਲਾਇਆ ਤੇ ਨਾ ਸਾਡੇ ਚੇਤੇ ਸੀ, ਅੱਜ ਲੱਭੀ ਤੇ ਤੈਨੂੰ ਦੇ ਦਿੱਤੀ ਹੈ। ਉਹ ਆਂਦਾ ਬੜੀ ਹੈਰਾਨਗੀ ਆ ਮੈਨੂੰ, ਇਸ਼ਟ ਤਾਂ ਮੈਂ ਵੀ ਤੇ ਆਇਆ, ਪਰ ਮੈਂ ਸੱਚਾ ਸਾਂ, ਫਿਰ ਵੀ ਮੇਰੀ ਬਾਂਹ ਸੜੀ ਆ। ਤੁਹਾਡੇ ਕੋਲ ਸਮਾਨ ਪਿਆ ਸੀ, ਤੁਹਾਡੀ ਫਿਰ ਬਾਂਹ ਬਚੀ, ਇਹਦਾ ਕਾਰਨ ਕੀ ਹੈ? ਉਹ ਕਹਿੰਦੇ ਵੀ ਇਹ ਤੁਹਾਨੂੰ ਗੁਰੂ ਸਾਹਿਬ ਵੀ ਦੱਸ ਸਕਦੇ ਆ। ਸਤਿਗੁਰਾਂ ਕੋਲੇ ਆ ਗਏ ਵੀ ਮਹਾਰਾਜ, ਉਹ ਮੁਗਲ ਕਹਿੰਦਾ ਵੀ ਮੈਂ ਸੱਚਾ ਸਾਂ, ਵੀ ਮੇਰੀ ਅਮਾਨਤ ਇਹਨਾਂ ਕੋਲੇ ਆ, ਪਰ ਕਹਿੰਦੇ ਤਾਂ ਵੀ ਮੇਰੀ ਬਾਂਹ ਸੜ ਗਈ, ਮੈਂ ਆਪਣੇ ਇਸ਼ਟ ਨੂੰ ਵੀ ਧਿਆਇਆ, ਸਭ ਕੁਝ ਕੀਤਾ, ਤੇ ਕਹਿੰਦੇ ਇਹਨਾਂ ਦੇ ਕੋਲ ਸਮਾਨ ਸੀ, ਇਹਨਾਂ ਦਾ ਫੇਰ ਵੀ ਜਿਹੜਾ ਹੱਥ ਸਾਬਤ ਰਿਹਾ, ਉਹਦਾ ਕਾਰਨ ਕੀ ਹੈ? ਮਹਾਰਾਜ ਪਹਿਲੀ ਬਾਤ ਕਹਿੰਦੇ ਚੇਤਾ ਰੱਖੀ, ਇਹਨਾਂ ਦੇ ਖਿਆਲ ਵਿੱਚ ਨਹੀਂ ਸੀ, ਇਹਨਾਂ ਨੇ ਜਾਣ ਬੁੱਝ ਕੇ ਤੇਰੇ ਨਾਲ ਬੇਈਮਾਨੀ ਨਹੀਂ ਕੀਤੀ। ਜਿੱਥੇ ਤੂੰ ਰੱਖ ਗਿਆ ਉੱਥੇ ਪਿਆ ਸੀ, ਵਹੀ ਖਾਤੇ ਚੜ੍ਹਿਆ ਨਹੀਂ। ਇਹਨਾਂ ਨੂੰ ਵੀ ਪਤਾ ਨਹੀਂ ਸੀ ਤੇਰਾ ਸਮਾਨ ਇਹਨਾਂ ਦੇ ਘਰ ਪਿਆ। ਜੇ ਇਹਨਾਂ ਨੂੰ ਪਤਾ ਹੁੰਦਾ ਬਈ ਇਹਦੀ ਅਮਾਨਤ ਸਾਡੇ ਘਰ ਪਈ, ਤੇ ਫਿਰ ਇਹ ਬਾਂਹ ਪਾਉਂਦਾ ਤੇਲ ਵਿੱਚ, ਫਿਰ ਮੈਂ ਇਹਨੂੰ ਨਹੀਂ ਸੀ ਬਚਾਉਣਾ, ਫਿਰ ਇਹਨੇ ਸੜਨਾ ਹੀ ਸੜਨਾ ਸੀ, ਕਿਉਂਕਿ ਬੇਈਮਾਨੀ ਕਰ ਰਿਹਾ ਸੀ। ਲੇਕਿਨ ਇਹਨੂੰ ਪਤਾ ਨਹੀਂ ਸੀ, ਇਸੇ ਕਰਕੇ ਦੇ ਚਿੱਤ ਵਿੱਚ ਬੇਈਮਾਨਾ ਨਹੀਂ ਸੀ ਇਹਦੀ ਪੈਜ ਰੱਖੀ। ਆਂਦਾ ਜੀ ਇਹ ਤਾਂ ਚਲੋ ਸਮਝ ਆ ਗਈ ਇਹਦੀ ਪੈ, ਤੇ ਮੇਰੀ ਕਿਉਂ ਸੜੀ? ਮਹਾਰਾਜ ਕਹਿੰਦੇ ਵੀ ਪਹਿਲਾਂ ਤੂੰ ਦੱਸ ਵੀ ਧਿਆਨ ਇੱਕ ਦਾ ਧਰਿਆ ਕਿ ਬਹੁਤਿਆਂ ਦਾ?
ਆਂਦਾ ਜੀ ਇੱਕ ਦਾ ਨਹੀਂ, ਮੈਂ ਤਾਂ ਕਈਆਂ ਨੂੰ ਹੀ ਸੁੱਖ ਲਿਆ। ਕਿਤੇ ਮੈਂ ਸੁੱਖਿਆ ਵੀ ਤੂੰ ਇੱਥੇ ਮਠਿਆਈ ਚੜਾ ਕੇ ਜਾਊਂ, ਕਿਤੇ ਆਖਿਆ ਦੀਵਾ ਜਗਾ ਕੇ ਜਾਊਂ, ਕਿਤੇ ਆਖਿਆ ਤੂੰ ਵੀ ਬੌੜੀ ਕਰੀ, ਤੂੰ ਵੀ ਬਚਾ ਲਈ। ਕਹਿੰਦੇ ਮੈਂ ਤਾਂ ਕਈ ਧਿਆ ਲੈ। ਮਹਾਰਾਜ ਗੁਰੂ ਅਰਜਨ ਦੇਵ ਪਾਤਸ਼ਾਹ ਮੁਸਕਰਾ ਕੇ ਕਹਿੰਦੇ ਜਦੋਂ ਇੱਕ ਤੋਂ ਅਗਾਂਹ ਕਈਆਂ ਦੇ ਉੱਤੇ ਟੇਕਾਂ ਹੋ ਜਾਣ ਨਾ, ਫਿਰ ਕੋਈ ਨਹੀਂ ਉਹ ਬਚਾਉਣ ਵਾਲਾ ਹੁੰਦਾ। ਫਿਰ ਇਸ ਤਰ੍ਹਾਂ ਹੀ ਹੁੰਦਾ, ਫਿਰ ਕੋਈ ਵੀ ਬਚਾਉਣ ਵਾਲਾ ਨਹੀਂ। ਇਸੇ ਕਰਕੇ ਇੱਕ ਦੀ ਆਸ, ਭੁਲੇਖੇ ਕੱਢ ਕੇ, ਭਰਮ ਕੱਢ ਕੇ, ਕਹਿੰਦੇ ਇੱਕ ਤੇ ਆਸ਼ਰਿਤ ਹੋ, ਏਕੋ ਹੈ ਭਾਈ ਏਕੋ ਹੈ, ਸਾਹਿਬ ਮੇਰਾ ਏਕੋ ਹੈ। ਕਹਿੰਦੇ ਇੱਕ ਦੀ ਟੇਕ ਰੱਖ। ਤੇ ਮਹਾਰਾਜ ਕਹਿੰਦੇ ਭਾਦਰੋਂ ਦੇ ਮਹੀਨੇ ਵਿੱਚ ਭਰਮ ਦੇ ਵਿੱਚ ਭੁੱਲ ਗਈ ਜੀਵ ਆਤਮਾ, ਦੂਜੇ ਲੱਗਾ ਹੇਤ, ਦੂਜੇ ਨਾਲ ਹਿੱਤ ਲਾ ਲਿਆ, ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਕੇਤ। ਕਹਿੰਦੇ ਭਾਵੇਂ ਕਿੰਨਾ ਵੀ ਸ਼ਿੰਗਾਰ ਜਿਹੜਾ ਹੈ ਉਹ ਲਾ ਲਿਆ ਜਾਏ, ਲੇਕਿਨ ਉਹ ਕਿਸੇ ਕਾਰਜ ਨਹੀਂ, ਭਾਵ ਕਿ ਸਭ ਕੁਝ ਵਿਅਰਥ ਹੋ ਜਾਂਦਾ ਜਦੋਂ ਇੱਕ ਮਾਲਕ ਦੇ ਨਾਲ ਟੇਕ ਨਹੀਂ ਹੈ। ਇੱਕ ਬੈਰੂਨੀ ਤੌਰ ਤੇ ਸ਼ਿੰਗਾਰ ਕੀਤਾ ਜਾਂਦਾ। ਹੁਣ ਤੁਸੀਂ ਵੇਖੋ ਵੇਸਵਾ ਵੀ ਤਾਂ ਸ਼ਿੰਗਾਰ ਬਹੁਤ ਕਰਦੀ ਹੈ, ਕਿੰਨਾ ਉਹਦਾ ਮੇਕਅਪ ਤੇ ਕਿੰਨੀਆਂ ਉਹਨੇ ਆਪਣੇ ਤਨ ਤੇ ਸਾਜੋ ਸਮਾਨ ਲਾਇਆ ਹੁੰਦਾ ਹੈ, ਪਰ ਉਹਦਾ ਕੀਤਾ ਸ਼ਿੰਗਾਰ ਕੋਈ ਥਾਂ ਥੋੜ੍ਹੀ ਪੈਂਦਾ, ਉਹਨੂੰ ਕੋਈ ਪਤੀ ਥੋੜ੍ਹੀ ਮਿਲ ਜਾਂਦਾ ਹੈ, ਵਾਸ਼ਨਾ ਹੀ ਹੈ। ਲੇਕਿਨ ਇੱਕ ਸੁਹਾਗਣ ਸ਼ਿੰਗਾਰ ਕਰਦੀ ਹੈ, ਉਹਨੂੰ ਉਹਦੇ ਸਿਰ ਦਾ ਸਾਈਂ ਮਿਲਦਾ ਤੇ ਉਹਦਾ ਕੀਤਾ ਹੋਇਆ ਸ਼ਿੰਗਾਰ ਥਾਂ ਪੈ ਜਾਂਦਾ। ਇਸੇ ਤਰ੍ਹਾਂ ਧਨ ਪਦਾਰਥ ਸਹੂਲਤਾਂ ਜੀਵਨ ਵਿੱਚ ਹੋਣੀਆਂ, ਜੇ ਪਤੀ ਪਰਮੇਸ਼ਰ ਨਾ ਮਿਲਿਆ ਤੇ ਸਭ ਵਿਅਰਥ ਹੋ ਜਾਣਗੀਆਂ। ਲੇਕਿਨ ਇਹਨਾਂ ਦੇ ਹੁੰਦਿਆਂ ਮਾਲਕ ਨਾਲ ਕਿਤੇ ਲਿਵ ਲੱਗ ਗਈ ਤੇ ਉਹ ਧਨ ਵੀ ਸਫਲਾ, ਉਹ ਘਰ ਵੀ ਸਫਲਾ, ਉਹ ਪਦਾਰਥ ਵੀ ਸਫਲੇ ਨੇ। ਮਹਾਰਾਜ ਕਹਿੰਦੇ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਕੇਤ, ਜਿਤ ਦਿਨ ਦੇਹ ਬਿਨਸੀ ਤਿਤ ਵੇਲੇ ਕੈਸਨ ਪ੍ਰੇਤ। ਕਹਿੰਦੇ ਇੱਕ ਚੇਤਾ ਰੱਖੀ, ਜਿੱਦਣ ਤੇਰੀ ਦੇਹ ਬਿਨਸੀ, ਭਾਵ ਕਿ ਇਸ ਸਰੀਰ ਵਿੱਚੋਂ ਜਿੰਦ ਨਿਕਲੀ, ਨਾਲ ਦੀ ਨਾਲ ਅਗਲਿਆਂ ਨੇ ਤੈਨੂੰ ਪ੍ਰੇਤ ਕਹਿਣਾ ਸ਼ੁਰੂ ਕਰ ਦੇਣਾ। ਅੱਜ ਜਿਹੜੇ ਤੇਰੇ ਤੋਂ ਬਗੈਰ ਘੜੀ ਨਹੀਂ ਕੱਢਦੇ, ਮੇਰੇ ਤੋਂ ਬਗੈਰ ਰਹਿੰਦੇ ਨਹੀਂ ਜੀ, ਆ ਜੀ ਮੈਨੂੰ ਵੇਖ ਨਾ ਲੈਣ, ਗੱਲ ਨਾ ਕਰ ਲੈਣ, ਪਰਤ ਕੇ ਚੇਤਾ ਰੱਖੀ ਕਿਤੇ ਸੁਪਨੇ ਵਿੱਚ ਵੀ ਆ ਗਏ ਹੋ ਨਾ, ਤੇ ਅਗਲਿਆਂ ਸਵੇਰ ਉੱਠਦੇ ਕਿਸੇ ਨੇ ਪੰਡਤ ਨੂੰ ਫੜਨਾ, ਕਿਸੇ ਨੇ ਕੋਈ ਭਾਈ ਸਾਹਿਬ ਵੱਲ ਜਾਣਾ, ਕਿਸੇ ਨੇ ਕਿਤੇ ਜੀ ਉਹ ਮਾੜਾ ਜਿਹਾ ਉਪਾਅ ਕਰੋ ਜੀ, ਉਹ ਤਾਂ ਆ ਕੇ ਸੁਪਨੇ 'ਚ ਆਉਂਦਾ ਆ, ਇਹ ਕਰੋ ਜੀ, ਇਹਦੀ ਮੁਕਤੀ ਕਰੋ। ਭਾਵ ਇਹ ਹੁੰਦਾ ਵੀ ਸਾਡੇ ਸੁਪਨੇ 'ਚ ਵੀ ਨਾ ਆਵੇ। ਇੰਨਾ ਕਹਿੰਦੇ ਉਸੇ ਵਕਤ ਹੀ ਪਹਿਲੀ ਗੱਲ ਤੋਂ ਸਰੀਰ ਨੂੰ ਹੀ ਪਿਆ ਕਹਿਣਾ ਸ਼ੁਰੂ ਕਰ ਦੇਣਾ, ਇਹ ਲੋਥ ਹੈ ਜੀ, ਇਹ ਲਾਸ਼ ਆ। ਉਹਦੇ ਤੋਂ ਬਾਅਦ ਪ੍ਰੇਤ ਕਹਿਣਾ ਸ਼ੁਰੂ ਕਰ ਦਿੱਤਾ ਜਾਏਗਾ। ਕਹਿੰਦੇ ਪਕੜ ਚਲਾਇਨ ਦੂਤ ਜਮ ਕਿਸੇ ਨਾ ਦੇਣੀ ਭੇਤ। ਤੇ ਇਸ ਜੀਵ ਆਤਮਾ ਨੂੰ ਜਦੋਂ ਦੂਤਾਂ ਨੇ ਲੈ ਕੇ ਜਾਣਾ, ਉਹਨਾਂ ਨੇ ਨਾ ਤੇਰੀ ਪਤਨੀ ਨੂੰ ਦੱਸਣਾ, ਨਾ ਧੀਆਂ ਪੁੱਤਾਂ ਨੂੰ ਦੱਸਣਾ, ਨਾ ਮਾਂ ਨੂੰ, ਨਾ ਪਿਓ ਨੂੰ ਵੀ ਇਹਨੂੰ ਕਿੱਥੇ ਲੈ ਕੇ ਜਾ ਰਹੇ ਆ। ਇਸੇ ਕਰਕੇ ਤਾਂ ਬਚਨ ਵਰਤਿਆ। ਮਹਾਰਾਜ ਕਹਿੰਦੇ ਭੇਤ ਚੇਤ ਹਰ ਕਿਸੇ ਨਾ ਮਿਲਿਆ। ਕਹਿੰਦੇ ਕਿਸੇ ਨੂੰ ਵੀ ਭੇਤ ਨਹੀਂ ਦਿੱਤਾ ਵੀ ਕਿੱਧਰ ਲੈ ਗਏ, ਤੇ ਨਾ ਕਿਸੇ ਨੂੰ ਪਤਾ ਲੱਗਦਾ ਵੀ ਇਹ ਸਰੀਰ ਚੋਂ ਜਿੰਦ ਜਿਹੜੀ ਕੱਢੀ ਹੈ, ਉਹ ਜਿੰਦ ਨੂੰ ਕੱਢ ਕੇ ਕਿੱਥੇ ਲੈ ਗਏ। ਕੋਈ ਕਹਿੰਦਾ ਨਾ, ਪਰ ਮਹਾਰਾਜ ਕਹਿੰਦੇ ਇੱਕ ਦੱਜਾਂ ਇੱਕ ਦੱਬੀਆਂ। ਜਦੋਂ ਸਰੀਰ ਮੁਰਦਾ ਉਦੋਂ ਕੀ ਕਰਦੇ ਆ, ਕੋਈ ਸਾੜਦਾ, ਕੋਈ ਦੱਬਦਾ। ਇੱਕ ਦੱਜਾਂ ਇੱਕ ਦੱਬੀਆਂ, ਇੱਕ ਨਾ ਕੁੱਤੇ ਖਾਹੇ, ਇੱਕ ਪਾਣੀ ਵਿੱਚ ਉਹ ਸੱਟੀਆਂ, ਇੱਕ ਭੀ ਫਿਰ ਹੱਸਣ ਪਾਹੇ। ਕੋਈ ਜਲ ਪ੍ਰਵਾਹ ਕਰ ਦਿੰਦਾ, ਕੋਈ ਜਾਨਵਰਾਂ ਦੇ ਖਾਣ ਲਈ ਉਹ ਸਰੀਰ ਨੂੰ ਰੱਖ ਦਿੰਦਾ। ਪਰ ਕਹਿੰਦੇ ਨਾਨਕ ਕੇਵ ਨਾ ਜਾਪੇ, ਕਿੱਥੇ ਜਾਏ ਸਮਾਇਓ, ਕਿੱਥੇ ਚਲੀ ਗਈ ਜੀਵ ਆਤਮਾ, ਇਹ ਪਿਛਲਾ ਕੋਈ ਨਹੀਂ ਜਾਣਦਾ। ਇਹ ਤਾਂ ਜਾਂ ਉਹ ਜਾਣ ਵਾਲਾ ਜਾਣਦਾ ਤੇ ਜਾਂ ਲਿਜਾਣ ਵਾਲਾ ਜਾਣਦਾ, ਤੀਸਰਾ ਕੋਈ ਨਹੀਂ ਜਾਣਦਾ। ਕਹਿੰਦੇ ਕਿਸੇ ਨੂੰ ਭੇਤ ਨਹੀਂ ਦਿੰਦੇ। ਪਕੜ ਚਲਾਇਨ ਦੂਤ ਜਮ ਕਿਸੇ ਨਾ ਦੇਣੀ ਭੇਤ, ਛੱਡ ਖੜੋਤੇ ਖਿਨੇ ਮਾਹੇ ਜਿਨ ਸਿਉ ਲੱਗਾ ਹੇਤ। ਉਹ ਇੱਕ ਛਿਨ ਵਿੱਚ ਛੱਡ ਕੇ ਪਾਸੇ ਹੋ ਜਾਂਦੇ ਆ ਜਿਨ੍ਹਾਂ ਦੇ ਨਾਲ ਬੜਾ ਹਿੱਤ ਸੀ। ਉਹਨਾਂ ਨੇ ਚੁੱਕ ਕੇ ਤੈਨੂੰ ਚਿਖਾ ਤੇ ਰੱਖਣਾ, ਲੱਕੜਾਂ ਲਾਉਣੀਆਂ ਤੇ ਸਾੜ ਕੇ ਹੱਥ ਝਾੜ ਕੇ ਘਰ ਆ ਜਾਣਾ। ਕਹਿੰਦੇ ਕੋਈ ਇੱਕ ਛਿਨ ਦੇ ਵਿੱਚ ਛੱਡ ਕੇ, ਘਰ ਕੀ ਨਾਰ ਬਹੁਤ ਤਿਤ ਜਾਸਿਓ ਸਦਾ ਰਹਿਤ ਸੰਗ ਲਾਗੀ, ਜਾ ਵੀ ਹੰਸ ਤਜੀਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ। ਕਹਿੰਦੇ ਉਹ ਇੱਕ ਛਿਨ ਦੇ ਵਿੱਚ ਛੱਡ ਕੇ ਪਾਸੇ ਹੋ ਗਏ। ਹੱਥ ਮਰੋੜੈ ਤਨ ਕੱਪੇ, ਸਿਆਹੋਂ ਹੋਆ ਸੇਤ। ਸਿਆਹ ਹੁੰਦਾ ਕਾਲਾ, ਜਾਂ ਇੱਥੇ ਲਾਲਗੀ ਤੋਂ ਗੱਲ ਹੈ, ਸੇਤ ਦਾ ਅਰਥ ਹੈ ਸਫੈਦ ਹੋ ਜਾਣਾ। ਕਹਿੰਦੇ ਫਿਰ ਜਦੋਂ ਜਿੰਦ ਕੱਢੀ ਜਾਂਦੀ, ਜਿਵੇਂ ਬਾਬਾ ਫਰੀਦ ਜੀ ਲਿਖਦੇ ਆ, ਜਿੰਦ ਨਿਮਾਣੀ ਕੱਢੀਏ ਹੱਡਾਂ ਕੂ ਕੜਕਾਏ, ਸਾਹੇ ਲਿਖੇ ਨਾ ਚੱਲਣੀ ਜਿੰਦੂ ਕੂ ਸਮਝਾਏ।
ਕਹਿੰਦੇ ਜਦੋਂ ਜਿੰਦ ਇਹਦੇ ਵਿੱਚੋਂ ਨਿਕਲੀ ਬੜੀ ਔਖੀ ਨਿਕਲੀ, ਕਿਉਂਕਿ ਪਕੜ ਇੰਨੀ ਜ਼ਿਆਦੀ ਸੀ, ਤੇ ਜਿੰਨੀ ਪਕੜ ਜ਼ਿਆਦੀ ਹੋਵੇ ਓਨਾ ਹੀ ਉਹਦਾ ਨਿਕਲਣਾ ਔਖਾ ਹੋ ਜਾਂਦਾ। ਜਿਹਨੇ ਰੱਬ ਦੇ ਪਿਆਰੇ ਤਿਆਰੀ ਕਰਕੇ ਬੈਠੇ ਉਹਨਾਂ ਵਾਸਤੇ ਕੋਈ ਔਖ ਨਹੀਂ। ਪਰ ਕਹਿੰਦੇ ਜਿੰਦ ਕੱਢਦੇ ਤੇ ਰੰਗ ਜਿਹੜਾ ਲਾਲ ਤੋਂ ਸਫੈਦ ਹੋ ਗਿਆ, ਖੂਨ ਜਿਹੜਾ ਉਹ ਪਾਣੀ ਦਾ ਰੂਪ ਧਾਰਨ ਕਰ ਗਿਆ। ਮਹਾਰਾਜ ਕਹਿੰਦੇ ਜੀ ਇਹ ਕਿਸੇ ਨੂੰ ਕੋਈ ਦੋਸ਼ ਦਈਏ? ਸਾਹਿਬ ਕਹਿੰਦੇ ਨਹੀਂ, ਜੇਹਾ ਬੀਜੈ ਸੋ ਲੁਣੈ, ਕਰਮਾ ਸੰਧੜਾ ਖੇਤ। ਲੁਣੈ ਦਾ ਅਰਥ ਹੁੰਦਾ ਵੱਢਣਾ, ਕੱਟਣਾ। ਕਹਿੰਦੇ ਜਿਹੋ ਜਿਹਾ ਬੀਜਾਂਗੇ ਉਹੋ ਜਿਹਾ ਹੀ ਵੱਢਣਾ ਪੈਣਾ ਹੈ। ਇਹ ਤਾਂ ਕਰਮਾਂ ਦੀ ਖੇਤੀ ਹੈ, ਕਰਮਾ ਸੰਧੜਾ ਖੇਤ। ਇਹ ਤੇਰੇ ਕਰਮਾਂ ਦੀ ਖੇਤੀ ਹੈ। ਜਿਹੋ ਜੇ ਤੂੰ ਕਰਮ ਕੀਤੇ ਉਹੋ ਜਿਹੇ ਫਲ ਤੈਨੂੰ ਉਹਦਾ ਪ੍ਰਾਪਤ ਹੋਣਾ। ਔਰ ਇਹ ਉਹਦੇ ਘਰ ਦੇ ਵਿੱਚ ਨਿਆਂ ਆ, ਇਹ ਉਹਦੇ ਘਰ ਦੇ ਵਿੱਚ ਨਿਆਂ ਹੈ। ਤਾਂ ਹੀ ਬਾਬੇ ਫਰੀਦ ਨੇ ਜਿਹੜਾ ਬਚਨ ਆਖਿਆ ਨਾ, ਫਰੀਦਾ ਲੋੜੈਂ ਦਾਖ ਬਿਜੌਰੀਆਂ, ਕਿੱਕਰ ਬੀਜੈ ਜੱਟ, ਹੰਡੈ ਉੱਨ ਕਤਾਏਂ ਦਾ ਪੈਂਦਾ ਲੋੜੈ ਪੱਟ। ਕਹਿੰਦੇ ਬੀਜਦਾ ਤਾਂ ਕਿੱਕਰਾਂ ਹੈ, ਪਰ ਕਹਿੰਦਾ ਉਹਨੂੰ ਕੰਡੇ ਨਾ ਲੱਗਣ, ਉਹਨਾਂ ਨੂੰ ਦਾਖਾਂ ਲੱਗ ਜਾਣ, ਇਹ ਨਹੀਂ ਨਾ ਹੋ ਸਕਦਾ। ਇਹ ਤਾਂ ਜੋ ਬੀਜਿਆ ਹੈ ਉਹੀ ਫਲੀ ਭੂਤ ਹੋਣਾ ਹੈ। ਪੁੰਨ ਬੀਜਿਆ ਪੁੰਨ ਫਲੀ ਭੂਤ ਹੋਏਗਾ, ਪਾਪ ਬੀਜਿਆ ਤੇ ਪਾਪ ਵੀ ਫਲੀ ਭੂਤ ਹੋਏਗਾ। ਇਸੇ ਕਰਕੇ ਮਹਾਰਾਜ ਵਾਰ-ਵਾਰ ਸਾਨੂੰ ਕਹਿੰਦੇ ਆ ਕਿ ਕੁਝ ਅਜਿਹਾ ਨਾ ਬੀਜ ਬਵੀਂ ਜਿਹੜਾ ਕੱਲ੍ਹ ਜਦੋਂ ਤੈਨੂੰ ਉਹਦਾ ਫਲ ਖਾਣਾ ਪਵੇ, ਭੋਗਣਾ ਪਵੇ, ਤੇ ਫਿਰ ਤੈਨੂੰ ਪਛਤਾਵਾ ਹੋਏ ਵੀ ਹਾਏ ਕਿਉਂ। ਕਹਿੰਦੇ ਅਜੇ ਤੇਰੇ ਹੱਥ ਵਿੱਚ ਹੈ, ਕਿਉਂਕਿ ਬੀਜ ਜਦੋਂ ਜਿਵੇਂ ਧਰਤੀ 'ਚ ਪਾ ਦਈਏ ਨਾ, ਫਿਰ ਧਰਤੀ ਨੇ ਉਹ ਕੁਝ ਹੀ ਪੈਦਾ ਕਰਨਾ ਹੈ। ਜੋ ਕੁਝ ਅਸੀਂ ਪਾਇਆ ਹੈ ਉਹ ਕਦੇ ਝੂਠ ਨਹੀਂ ਬੋਲਦੀ, ਲੇਕਿਨ ਪਾਉਣ ਤੋਂ ਪਹਿਲਾਂ ਸਾਡੇ ਵੱਸ ਵਿੱਚ ਹੁੰਦਾ ਹੈ ਕਿ ਅਸੀਂ ਉੱਥੇ ਕੀ ਬੀਜਣਾ ਹੈ। ਜਦੋਂ ਬੀਜਿਆ ਗਿਆ ਉਹਦੇ ਤੋਂ ਬਾਅਦ ਸਾਡੇ ਵੱਸ ਤੋਂ ਗੱਲ ਬਾਹਰ ਹੋ ਜਾਂਦੀ ਹੈ। ਤਾਂ ਕਰਕੇ ਮਹਾਰਾਜ ਕਹਿੰਦੇ ਜੇਹਾ ਬੀਜੈ ਸੋ ਲੁਣੈ, ਉਹੋ ਹੀ ਵੱਢਣਾ ਹੈ। ਕਰਮਾਂ ਸੰਧੜਾ ਖੇਤ, ਕਹਿੰਦੇ ਇਹ ਤਾਂ ਕਰਮਾਂ ਦਾ ਫਲ ਜਿਹੜਾ ਹੈ ਉਹ ਮਿਲਦਾ ਹੈ, ਉਹੀ ਤੂੰ ਜਿਹੜਾ ਭੋਗਣਾ। ਨਾਨਕ ਪ੍ਰਭ ਸ਼ਰਨਾਗਤੀ, ਚਰਨ ਬੋਹਿਥ ਪ੍ਰਭ ਦੇਤ। ਕਹਿੰਦੇ ਫਿਰ ਉਸ ਮਾਲਕ ਦੇ ਚਰਨਾਂ ਨਾਲ ਜੁੜ, ਜਿਹਦੇ ਚਰਨ ਐਸਾ ਜਹਾਜ਼ ਨੇ ਜਿਨ੍ਹਾਂ ਤੇ ਚੜ੍ਹ ਕੇ ਇਸ ਭਵ ਸਾਗਰ ਤੋਂ ਪਾਰ ਹੋ ਜਾਈਦਾ। ਔਰ ਗੁਰੂ ਪਾਰ ਉਤਾਰਾ ਕਰਨ ਵਾਲਾ, ਗੁਰ ਕੇ ਚਰਨ ਜੀ ਕਾ ਨਿਸਤਾਰਾ, ਸਮੁੰਦ ਸਾਗਰ ਜਿਨ ਖਿਨ ਮੈਂ ਤਾਰਾ। ਭੱਟ ਸਾਹਿਬਾਨ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਉਸਤਤ ਕਰਦੇ ਆ ਤੇ ਉੱਥੇ ਲਿਖਦੇ ਆ, ਕਲਯੁਗ ਜਹਾਜ਼ ਅਰਜੁਨ ਗੁਰੂ, ਸਗਲ ਸ੍ਰਿਸ਼ਟ ਲਗ ਬੇਤਰੋ। ਫਿਰ ਆਪਾਂ ਬਚਨ ਪੜ੍ਹਦੇ ਹਾਂ, ਗੁਰ ਜਹਾਜ਼ ਖੇਵਟ ਗੁਰੂ, ਗੁਰ ਬਿਨ ਤਰਿਆ ਨਾ ਕੋਏ। ਗੁਰੂ ਤੋਂ ਬਗੈਰ ਕਿਸੇ ਦਾ ਪਾਰ ਉਤਾਰਾ ਨਹੀਂ ਹੋਇਆ। ਇਸੇ ਕਰਕੇ ਮਹਾਰਾਜ ਕਹਿੰਦੇ ਗੁਰੂ ਬੋਹਿਥ ਹੈ, ਗੁਰੂ ਦੇ ਚਰਨ, ਚਰਨ ਬੋਹਿਥ ਪ੍ਰਭ ਦੇਤ। ਅਸੀਂ ਜਦੋਂ ਗੁਰੂ ਦੇ ਚਰਨਾਂ ਦਾ ਓਟ ਆਸਰਾ ਲੈਂਦੇ ਹਾਂ, ਫਿਰ ਉਹ ਮਾਲਕ ਡੁੱਬਣ ਤੋਂ ਬਚਾਉਣ ਵਾਲਾ ਹੈ। ਆਪਣੇ ਆਪ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਨੇ, ਕਹਿੰਦੇ ਜੈਸੇ ਪਾਟ ਚਾਕੀ ਕੇ ਨਾ ਮੂੰਡ ਕੇ ਉਠਾਏ ਜਾਤ, ਕਲਾ ਕੀਏ ਲੀਏ ਜਾਤ ਐਂਚਤ ਅਚਿੰਤ ਹੀ। ਕਹਿੰਦੇ ਜਿਵੇਂ ਚੱਕੀ ਦੇ ਪੁੜ, ਆਪਾਂ ਪਹਿਲਾਂ ਵੱਡੇ ਰੂਪ ਵਿੱਚ ਚੱਕੀਆਂ ਤੇ ਉਹਦੇ ਪੁੜ ਵੱਡੇ ਵੱਡੇ ਪੱਥਰ ਦੇ, ਜਿਨ੍ਹਾਂ ਵਿੱਚ ਆ ਕੇ ਦਾਣੇ ਪੀਸੇ ਜਾਂਦੇ, ਉਹਨੂੰ ਕੋਈ ਇਕੱਲਾ ਬੰਦਾ ਆਖੇ ਮੈਂ ਚੁੱਕ ਕੇ ਤੇ ਉਹਨੂੰ ਉੱਥੇ ਲੈ ਜਾਵਾਂ, ਕੁਝ ਕਹਿੰਦੇ ਨਹੀਂ ਚੁੱਕਿਆ ਜਾ ਸਕਦਾ। ਲੇਕਿਨ ਕਲਾ ਤਰੀਕਾ, ਉਸੇ ਨੂੰ ਕਹਿੰਦੇ ਕਿਸੇ ਰਿਕਸ਼ੇ ਦੇ ਉੱਤੇ, ਕਿਸੇ ਰੇਹੜੀ ਦੇ ਉੱਤੇ ਰੱਖ ਦਿਓ ਤੇ ਇਕੱਲਾ ਬੰਦਾ ਹੀ ਆਰਾਮ ਨਾਲ ਲਈ ਜਾਂਦਾ ਧਰ ਕੇ। ਆਪਾਂ ਵੇਖਦੇ ਕਈ ਵਾਰੀ ਕਿੰਨੇ ਕਿੰਨੇ ਕੁਇੰਟਲ ਸਮਾਨ ਰਿਕਸ਼ੇ ਉੱਤੇ, ਰੇਹੜੀ ਉੱਤੇ ਲੱਦ ਕੇ ਇੱਕੋ ਬੰਦਾ ਖਿੱਚ ਰਿਹਾ ਹੁੰਦਾ, ਪਰ ਜੇ ਉਹਨੂੰ ਕਹੋ ਵੀ ਇਹ ਸਾਰਾ ਤੂੰ ਆਪਣੇ ਸਰੀਰ 'ਤੇ ਚੁੱਕ ਕੇ ਤੁਰੋ, ਨਹੀਂ ਤੁਰ ਸਕਦਾ। ਇੱਕ ਤਰੀਕੇ ਨਾਲ। ਕਹਿੰਦੇ ਇਸੇ ਤਰ੍ਹਾਂ ਦੁੱਖਾਂ ਦੇ ਪੱਥਰ, ਦੁੱਖਾਂ ਦੇ ਪਹਾੜ, ਜਿਨ੍ਹਾਂ ਨੂੰ ਤੂੰ ਚੁੱਕ ਨਹੀਂ ਸਕਦਾ, ਦੱਬਿਆ ਜਾਏਗਾ। ਪਰ ਗੁਰੂ ਦੇ ਚਰਨਾਂ ਨਾਲ ਜੁੜੇਗਾ, ਇਹ ਦੁੱਖਾਂ ਦੇ ਪਹਾੜ ਵੀ ਤੈਨੂੰ ਹੌਲੇ ਫੁੱਲ ਬਣ ਜਾਣਗੇ, ਜੇ ਕਿਤੇ ਉਹਦੇ ਚਰਨਾਂ ਦਾ ਉਟ ਆਸਰਾ ਲੈ ਲਿਆ।
ਮਹਾਰਾਜ ਅਖੀਰ ਤੇ ਕਹਿੰਦੇ ਸੇ ਭਾਦੋਏ ਨਰਕ ਨਾ ਪਾਈਐ ਗੁਰ ਰੱਖਣ ਵਾਲਾ ਹੇਤ। ਕਹਿੰਦੇ ਜਿਨ੍ਹਾਂ ਦਾ ਪਿਆਰਾ ਗੁਰੂ ਰਖਵਾਲਾ ਹੋ ਜਾਂਦਾ ਉਹ ਫਿਰ ਕਹਿੰਦੇ ਨਰਕ ਵਿੱਚ ਨਹੀਂ ਪਾਏ ਜਾਂਦੇ, ਕਿਉਂਕਿ ਮਾਲਕ ਉਹਨਾਂ ਦਾ ਆਪ ਰਾਖਾ ਬਣਦਾ ਹੈ। ਉਹਨਾਂ ਦੇ ਲੇਖੇ ਜੋਖੇ ਉਹ ਆਪ ਨਿਬੇੜਨ ਵਾਲਾ, ਆਪ ਕਿਰਪਾ ਕਰਨ ਵਾਲਾ। ਤਾਂ ਹੀ ਮਹਾਰਾਜ ਉਹ ਪਰਦੇ ਢੱਕਦਾ, ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ, ਸਤਿਗੁਰ ਢਾਕ ਲਿਆ ਮੋਹਿ ਪਾਪੀ ਪੜਦਾ। ਤੋ ਇਹ ਭਾਦਰੋਂ ਦਾ ਮਹੀਨਾ ਜਿੱਥੇ ਉਸ ਮਾਲਕ ਦੇ ਬਣਾਏ ਨਿਯਮ ਅਨੁਸਾਰ ਇਹਦੀ ਆਰੰਭਤਾ ਹੋਈ ਹੈ। ਗੁਰੂ ਕਿਰਪਾ ਕਰੇ ਸਾਡੇ ਜੀਵਨ ਵਿੱਚੋਂ ਭਰਮ ਜਿਹੜੇ ਨੇ ਉਹ ਦੂਰ ਹੋਣ। ਭਰਮ ਇਹ ਹੀ ਹੈ ਕਿ ਇੱਥੋਂ ਸੁੱਖ ਨਹੀਂ ਮਿਲਿਆ ਸ਼ਾਇਦ ਉੱਥੋਂ ਮਿਲ ਜਾਏ, ਉੱਥੋਂ ਨਹੀਂ ਮਿਲਿਆ ਸ਼ਾਇਦ ਉੱਥੋਂ ਮਿਲ ਜਾਏ। ਆਸਾਂ ਲਾਈਆਂ, ਲੇਕਿਨ ਉਹ ਆਸ ਗੁਰੂ ਤੋਂ ਬਗੈਰ ਕਿਤੇ ਪੂਰੀ ਨਹੀਂ ਹੋ ਸਕਦੀ। ਉਹ ਭਟਕਣਾ ਆ, ਕਿੰਨਾ ਕੁ ਚਿਰ ਭਟਕ ਸਕਦੇ ਆ। ਤਾਂ ਹੀ ਕਿਹਾ ਕਿ ਖੁਆਰ ਹੋਏ ਸਭ ਮਿਲਣਗੇ। ਖੱਜਲ ਖੁਆਰੀ ਤੋਂ ਬਾਅਦ ਵੀ ਇੱਧਰ ਮੁੜਨਾ ਹੈ। ਸਾਹਿਬ ਕਹਿੰਦੇ ਪਰਤ ਭਰਮ ਭੁਲੇਖੇ ਨੂੰ ਛੱਡ ਤਾਂ ਕਿ ਤੇਰਾ ਜੀਵਨ ਉਹਦੇ ਦਰ ਤੇ ਕਬੂਲ ਪੈ ਜਾਏ। ਅਰਦਾਸ ਹੈ ਪਿਛਲਾ ਸਮਾਂ ਉਹਦੇ ਹੁਕਮ ਰਜਾ ਵਿੱਚ ਸੁੱਖ ਆਨੰਦ ਨਾਲ ਬਤੀਤ ਹੋਇਆ, ਔਰ ਆਉਣ ਵਾਲਾ ਸਮਾਂ ਸਮੁੱਚੇ ਵਿਸ਼ਵ ਵਾਸਤੇ, ਸਮੁੱਚੇ ਸੰਸਾਰ ਵਾਸਤੇ ਸੁੱਖ ਵਾਲਾ, ਸ਼ਾਂਤੀ ਵਾਲਾ। ਸਾਹਿਬ ਸਭਨਾਂ ਨੂੰ ਦੇਹ ਅਰੋਗਤਾ ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨ, ਔਰ ਸਭਨਾਂ ਦੇ ਜੀਵਨ ਵਿੱਚ ਖੁਸ਼ੀਆਂ ਤੇ ਖੇੜੇ ਹੋਣ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।